साहिब जी। अमृत बाणी हर हर तेरी, सुन सुन होवै परम गत मेरी। जलन बुझी शीतल होए मनुआ, सतगुर का दर्शन पाए जियो। अंदर सच्चा नेह लाया प्रीतम अपने, तन मन होए निहाल। जा गुर देखा सामने, बाणी गुरु गुरु है बाणी, विच बाणी अमृत सारे। गुर बाणी कह सेवक जन मानै, परतख गुरु निस्तारे। कानड़ा महला पंजवा। मेरे मन प्रीत चरण प्रभ परसन, रसना हर हर भोजन तृप्तानी। अखियन को संतोख प्रभ दर्शन, मेरे मन प्रीत चरण प्रभ परसन। रसना हर हर भोजन तृप्तानी। अखियन को संतोख प्रभ दर्शन। रहाओ करना न पूर रहो जस प्रीतम, कल मल दुख सगल मल हरसन। पावन तावन स्वामी सुख पंथा, अंग सांग काया संत सरसन। शरण गही पूरन अविनाशी, आन उपाव थकत नहीं करसन। कर गह लिए नानक जन अपने, अंधकूर सागर नहीं मरसन। शरण गही पूरन अविनाशी, आन उपाव थकत नहीं करसन। कर गह लिए नानक जन अपने, अंधकूर सागर नहीं मरसन। वाहिगुरु जी का खालसा, वाहिगुरु जी की फतेह। अज दा पावन पवित्र शब्द जो विचारिया जाना है, इस पावन शब्द की विचार सिख कौम की महान शख्सियत, सिख कौम के महान विद्वान
ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ, ਆਪ ਜੀ ਨੂੰ ਸਰਵਣ ਕਰਾਉਣਗੇ। ਪਿਆਰ ਸਤਿਕਾਰ ਸਹਿਤ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਰਰਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ, ਜਾਂ ਘਰਾਂ ਵਿੱਚ ਬੈਠ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਸਮੇਂ ਦੀ ਲੋੜ ਹੈ ਕਿ ਅਸੀਂ ਮਨ ਕਰਕੇ ਸੁਰਤੀ ਕਰਕੇ ਆਪਣੀਆਂ ਹਾਜ਼ਰੀਆਂ ਲਵਾਈਏ, ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੀਏ। ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਾਰਿਆਂ ਨੂੰ ਸਤਿਗੁਰੂ ਆਪਣੇ ਦਰਸ਼ਨਾਂ ਦਾ ਪੁੰਨ ਫਲ ਮਹਾਤਮ ਬਖਸ਼ਣ। ਜੇ ਇੱਕ ਦੁਨਿਆਵੀ ਬੰਦਾ ਸਵੇਰੇ ਮੱਥੇ ਲੱਗੇ ਤੇ ਅੰਧ ਵਿਸ਼ਵਾਸੀ ਕਰਮਕਾਂਡੀ ਵਹਿਮਾਂ ਭਰਮਾਂ ਵਿੱਚ ਪੈਣ ਵਾਲੇ ਲੋਕ ਉਹਦੇ ਵੀ ਦਰਸ਼ਨਾਂ ਦੇ ਚੰਗੇ ਮਾੜੇ ਫਲ ਦਾ ਜ਼ਿਕਰ ਕਰਦੇ ਨੇ। ਇਹ ਬੰਦਾ ਸਵੇਰੇ ਮੱਥੇ ਲੱਗਿਆ ਹੈ, ਅੱਜ ਮੇਰਾ ਕੰਮ ਠੀਕ ਹੋ ਜਾਏਗਾ, ਅੱਜ ਇਹ ਬੰਦਾ ਮੇਰੇ ਮੱਥੇ ਲੱਗਿਆ ਹੈ, ਅੱਜ ਦਾ ਦਿਨ ਮੇਰਾ ਖਰਾਬ ਹੋ ਗਿਆ, ਅੱਜ ਮੇਰਾ ਕੋਈ ਕੰਮ ਨਹੀਂ ਸਵਰੇਗਾ। ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣਾ ਮੱਥਾ ਨਹੀਂ ਪੜ੍ਹਦੇ, ਅਸੀਂ ਦੂਸਰੇ ਦਾ ਮੱਥਾ ਵੇਖੀ ਜਾਂਦੇ ਹਾਂ। ਅਸੀਂ ਆਪਣੇ ਕਰਮ ਨਹੀਂ ਵੇਖਦੇ,
ਅਸੀਂ ਦੂਜੇ ਦੇ ਕਰਮ ਵੇਖ ਕੇ ਈਰਖਾ ਦਵੈਸ਼ ਕਰੀ ਜਾਂਦੇ ਆ। ਇਹ ਮਨੁੱਖੀ ਸੁਭਾਅ ਦੀਆਂ ਗੱਲਾਂ ਨੇ ਭਾਈ। ਜਿੰਨਾ ਚਿਰ ਤੁਸੀਂ ਮਨੁੱਖੀ ਸਤ੍ਹਾ ਤੇ ਰਹੋਗੇ ਉਨਾ ਚਿਰ ਇਹ ਸਭ ਕੁਝ ਤੁਹਾਡੇ ਨਾਲ ਰਹੇਗਾ ਔਰ ਤੁਸੀਂ ਐਵੇਂ ਹੀ ਵਰਤੋਗੇ। ਪਰ ਜਦੋਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਏਗੀ, ਗੁਰੂ ਦੀ ਚਰਨ ਛੋਹ ਪ੍ਰਾਪਤ ਹੋ ਜਾਏਗੀ, ਜਦੋਂ ਗੁਰੂ ਦੇ ਦਰਸ਼ਨਾਂ ਦਾ ਪੁੰਨ ਫਲ ਮਹਾਤਮ ਮਿਲ ਜਾਏਗਾ, ਫਿਰ ਤੁਸੀਂ ਮਨੁੱਖ ਨਹੀਂ ਰਹੋਗੇ। ਫਿਰ ਮਨੁੱਖਾਂ ਤੋਂ ਅੱਗੇ ਜਿਹਨੂੰ ਦੇਵਤੇ ਕਰਕੇ ਮੰਨਿਆ ਗਿਆ, ਦੁਨੀਆ ਨੇ ਸਨਮਾਨਿਆ, ਅਸੀਂ ਉਸ ਮਰਤਬੇ ਨੂੰ ਹਾਸਲ ਕਰਾਂਗੇ। ਇਹਦਾ ਦੂਸਰਾ ਪੱਖ ਮੈਂ ਜ਼ਰੂਰ ਦੱਸ ਦਿਆਂ, ਕਿਉਂਕਿ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਬਹੁਤੇ ਲੋਕ ਕਥਾ ਸੁਣਦੇ ਨੇ, ਪਰ ਥੋੜੇ ਲੋਕ ਐਸੇ ਵੀ ਨੇ ਜਿਹੜੇ ਕਥਾ ਸੁਣਦੇ ਨਹੀਂ, ਉਹ ਸਿਰਫ ਕਥਾ ਨੂੰ ਵੇਖਦੇ ਨੇ ਕਿ ਅੱਜ ਗਿਆਨੀ ਜੀ ਨੇ ਕੀ ਕਿਹਾ। ਕਿਉਂਕਿ ਜੇ ਸੁਣੋਗੇ ਤੇ ਅਸਰ ਵੀ ਹੋਏਗਾ। ਫਿੱਕੀ ਆਡੀਟੋਰੀਅਮ ਦੇ ਵਿੱਚ ਮੈਂ ਸ਼ਬਦ ਤੇ ਸੰਵਾਦ ਸੁਣਿਆ ਸੀ, ਗੋਸ਼ਟੀ ਸੁਣੀ ਸੀ ਕਿ ਸ਼ਬਦ ਕੀ ਹੈ। ਸਾਡੇ ਵਾਸਤੇ ਤਾਂ ਕਾਲਾ ਅਕਸ਼ਰ ਬੈਂਸ ਬਰਾਬਰ ਹੈ। ਸਾਡੇ ਵਾਸਤੇ ਇਹਦੇ ਕੋਈ ਬਹੁਤੇ ਮਾਇਨੇ ਨਹੀਂ ਹੈ, ਅਰਥ ਨਹੀਂ ਹੈ। ਪਰ ਜਿਸ ਧਰਮ ਦੇ ਵਿੱਚ ਆਪਾਂ ਵਿਸ਼ਵਾਸ ਰੱਖਦੇ ਹਾਂ, ਉਸ ਧਰਮ ਦੇ ਵਿੱਚ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਇੱਥੇ ਸ਼ਬਦ ਹੀ ਗੁਰੂ ਪੀਰ ਹੈ, ਇੱਥੇ ਸ਼ਬਦ ਹੀ ਦੀਪਕ ਹੈ, ਸ਼ਬਦ ਹੀ ਰੋਸ਼ਨੀ ਦਾ ਇੱਕਮਾਤਰ ਦੀਵਾ ਹੈ ਭਾਈ। ਬਿਨਾਂ ਸ਼ਬਦ ਤੋਂ ਜਗਤ ਜਿਹੜਾ ਹੈ ਇਹ ਬਾਬਰਾ ਹੈ, ਬੁਰਾਨਾ ਹੈ। ਐਵੇਂ ਅੰਧਕਾਰ ਦੇ ਵਿੱਚ ਭਟਕਦਾ ਹੋਇਆ ਸੰਸਾਰ ਹੈ। ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਸ਼ਬਦਾਂ ਦੇ ਬੋਧ ਨੂੰ ਜਾਣਿਆ, ਉਹ ਸਕੂਲਾਂ ਕਾਲਜਾਂ ਤੋਂ ਯੂਨੀਵਰਸਿਟੀਆਂ ਬਣਾਉਣ ਤੱਕ ਤੇ ਸਕੂਲਾਂ ਕਾਲਜਾਂ ਤੋਂ ਲੈ ਕੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਤੱਕ ਪਹੁੰਚ ਗਏ। ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਅਜੇ ਵੀ ਉੱਥੇ ਆਉਣ ਜਾਣੀ ਉਹਨਾਂ ਨੇ ਰੱਖਿਆ ਆਪਣਾ। ਪਰ ਜਿਨ੍ਹਾਂ ਨੂੰ ਗੁਰਦੁਆਰੇ ਵਿੱਚ ਆ ਕੇ ਗੱਲ ਸਮਝ ਆ ਗਈ ਉਹ ਤਾਂ ਬ੍ਰਹਮ ਗਿਆਨੀ ਬਣ ਗਏ ਭਾਈ। ਸੁਣੇ ਦੀਆਂ ਪੌੜੀਆਂ ਚੜ੍ਹ ਗਏ। ਜਦੋਂ ਮੰਨੇ ਦੀਆਂ ਪੌੜੀਆਂ ਵੀ ਚੜ੍ਹ ਗਏ ਤੇ ਪੰਚ ਹੋ ਗਏ, ਪ੍ਰਵਾਨ ਵੀ ਹੋ ਗਏ, ਪ੍ਰਧਾਨ ਵੀ ਹੋ ਗਏ। ਪੰਚ ਦਾ ਅਰਥ ਗਿਣਤੀ ਵੀ ਹੈ, 1 2 3 4 ਤੇ 5। ਪੰਚ ਦਾ ਅਰਥ ਮੁਖੀਆ ਵੀ ਹੈ। ਪਿੰਡਾਂ ਵਿੱਚ ਲੋਕ ਪੰਚ ਚੁਣਦੇ ਨੇ, ਸਰਪੰਚ ਚੁਣਦੇ ਨੇ। ਪੰਚ ਦਾ ਅਰਥ ਗੁਰਮੁਖ ਵੀ ਹੈ। ਪੰਚ ਦਾ ਅਰਥ ਰੱਬ ਦਾ ਪਿਆਰਾ ਵੀ ਹੈ। ਔਰ ਰੱਬ ਦੇ ਪਿਆਰੇ ਨੂੰ ਹੀ ਧਰਮ ਦੀ ਦੁਨੀਆ ਨੇ ਮੁਖੀਆ ਮੰਨਿਆ। ਇਹ ਗੱਲ ਜ਼ਰੂਰ ਚੇਤੇ ਰੱਖਣਾ, ਸਾਡੇ ਵਿੱਚ ਕੂੜ ਫਿਰੈ ਪ੍ਰਧਾਨ ਵੇ ਲਾਲੋ ਦਾ ਇਹ ਵਰਤਾਰਾ ਨਹੀਂ ਹੈ।
ਇਹਦਾ ਨਿਸ਼ੇਧ ਹੈ, ਇਸ ਗੱਲ ਦਾ ਕਟਾਕਸ਼ ਹੈ। ਇਸ ਗੱਲ ਨੂੰ ਸੱਚੇ ਪਾਤਸ਼ਾਹ ਜੀ ਨੇ ਸਗੋਂ ਕੰਡੈਮ ਕੀਤਾ ਕਿ ਨਹੀਂ ਭਾਈ, ਗੁਰੂ ਦੇ ਘਰ ਵਿੱਚ ਉਹੀ ਮਨੁੱਖ ਵੱਡੇ ਨੇ, ਉਹੀ ਮਨੁੱਖ ਪੂਜਨ ਸਲਾਹੁਣ ਯੋਗ ਨੇ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਨੂੰ ਪਾਇਆ ਜਾਂ ਰਜਾਇਆ, ਜਿਹੜੇ ਉਸ ਦੇ ਮਾਰਗ ਤੇ ਤੁਰੇ। ਹੁਣ ਜਿਨ੍ਹਾਂ ਨੂੰ ਸ਼ਬਦ ਦੀ ਸਮਝ ਆਈ ਦੁਨੀਆ ਦੀ ਤੌਰ ਤੇ, ਉਹ ਅਕਾਦਮਿਕ ਪੜ੍ਹਾਈ ਵਿੱਚ ਚਲੇ ਗਏ, ਉਹਨਾਂ ਦਾ ਵੀ ਜੀਵਨ ਰੋਸ਼ਨ ਹੋਇਆ। ਪਰ ਉਹ ਊੜਾ ਊਠ ਪੜ੍ਹ ਗਏ, ਕੱਕਾ ਕਬੂਤਰ ਪੜ੍ਹ ਗਏ, ਇਹ ਐਪਲ ਪੜ੍ਹ ਗਏ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਕਿ ਅੱਜ ਵੀ ਸਾਨੂੰ ਬਹੁਤਿਆਂ ਨੂੰ ਇਹੀ ਲੱਗਦਾ ਹੈ ਕਿ ਧਰਮ ਜਿਹੜਾ ਹੈ ਉਹ ਪੜ੍ਹਾਈ ਲਿਖਾਈ ਦਾ ਮੁਤਾਜ ਹੈ। ਮੈਂ ਇੱਕ ਗੱਲ ਪਹਿਲਾਂ ਕਹਿ ਦਿਆਂ ਕਿ ਧਰਮ ਪੜ੍ਹਾਈ ਲਿਖਾਈ ਦਾ ਦੁਸ਼ਮਣ ਨਹੀਂ ਹੈ, ਇਹਨੂੰ ਪਹਿਲਾਂ ਸਮਝ ਲਓ ਤੁਸੀਂ। ਧਰਮ ਦੇ ਵਿੱਚ ਪੜ੍ਹਾਈ ਲਿਖਾਈ ਜਿਹੜੀ ਹੈ ਇਹ ਕੋਈ ਗੁਨਾਹ ਨਹੀਂ ਹੈ। ਨਹੀਂ ਤਾਂ ਅਸੀਂ ਵੇਖਿਆ, ਮੈਂ ਦਾਰਾ ਸਿੰਘ ਦੀ ਕਿੰਨੇ ਵਾਰੀ ਉਦਾਹਰਣ ਦਿੱਤੀ, ਮੈਂ ਖੁਦ ਉਹਦੀ ਜੀਵਨੀ ਪੜ੍ਹੀ ਹੈ ਕਿ ਉਹ ਕਹਿੰਦੇ ਕਿ ਮੇਰੇ ਦਾਦੇ ਨੇ ਮੈਨੂੰ ਦੂਜੀ ਵਿੱਚ ਹੀ ਹਟਾ ਲਿਆ ਸੀ ਕਿ ਸਾਰੇ ਪੜ੍ਹੋਗੇ ਤੇ ਘਰ ਦੀਆਂ ਮੱਝਾਂ ਕੌਣ ਚਾਰੇਗਾ, ਖੇਤੀ ਕੌਣ ਕਰੇਗਾ, ਢੱਗੇ ਕੌਣ ਵਾਹੇਗਾ, ਪੱਠੇ ਕੌਣ ਵੱਢੇਗਾ, ਮੱਝਾਂ ਕੌਣ ਨਵਾਏਗਾ। ਇਹ ਵੰਡ ਸਾਨੂੰ ਸਮਾਜ ਦੀ ਕਰਨੀ ਹੀ ਪੈਣੀ ਹੈ। ਠੀਕ ਹੈ, ਅਸੀਂ ਮੰਨੂ ਦੇ ਮਗਰ ਡੰਡਾ ਚੁੱਕਿਆ ਵੀ ਸਿਰ ਪਾੜ ਕੇ ਛੱਡਣਾ ਹੈ, ਪਰ ਉਸ ਮੰਨੂ ਸਿਮਰਤੀ ਵਾਲੇ ਨੇ ਗੱਲ ਤੇ ਠੀਕ ਕੀਤੀ ਸੀ ਵੀ ਭਾਈ ਕੁਝ ਲੋਕ ਉਹ ਹੋਣ ਜਿਹੜੇ ਦੂਜਿਆਂ ਦੀ ਸੇਵਾ ਕਰਨ, ਕੁਝ ਲੋਕ ਉਹ ਹੋਣ ਜਿਹੜੇ ਹੱਟੀ ਤੇ ਖੇਤੀਬਾੜੀ ਕਰਨ, ਕੁਝ ਲੋਕ ਉਹ ਹੋਣ ਜਿਹੜੇ ਆਪਣੇ ਧਰਮ, ਅਣਖ, ਗੈਰਤ, ਸਵੈਮਾਨ ਦੀ ਖਾਤਰ ਲੜ ਮਰਨਾ ਜਾਣਦੇ ਹੋਣ, ਕੁਝ ਲੋਕ ਉਹ ਹੋਣ ਜਿਹੜੇ ਵਿਦਿਆ ਪੜ੍ਹਨ ਪੜ੍ਹਾਉਣ। ਅੱਗੋਂ ਬੰਦੇ ਨੇ ਕੀ ਕੀਤਾ? ਬੰਦੇ ਨੇ ਅੱਗੋਂ ਵੰਡ ਕਰ ਲਈ, ਜਿਵੇਂ ਅੱਜ ਵੀ ਹੋ ਰਹੀ ਹੈ। ਅੱਜ ਵੀ ਇਹੀ ਹੈ। ਸਾਡੇ ਮੁਲਕ ਦੀ ਤਰਾਸਦੀ ਇਹ ਹੈ ਕਿ ਪ੍ਰਧਾਨ ਦਾ ਮੁੰਡਾ ਫਿਰ ਪ੍ਰਧਾਨ ਹੋਏਗਾ, ਉਦੋਂ ਬਾਅਦ ਉਹਦਾ ਪੋਤਰਾ ਪ੍ਰਧਾਨ ਹੋਏਗਾ, ਪੋਤਰੇ ਤੋਂ ਬਾਅਦ ਉਹਦਾ ਪੜੋਤੜਾ ਪ੍ਰਧਾਨ ਹੋਏਗਾ। ਇਸੇ ਕਰਕੇ ਸਾਡਾ ਮੁਲਕ ਵਿਕਸਿਤ ਨਹੀਂ ਹੋ ਰਿਹਾ। ਅਮਰੀਕਾ ਵਿੱਚ ਚਲੇ ਜਾਓ ਤੁਸੀਂ, ਉੱਥੇ ਯੋਗਤਾ ਹੈ, ਉੱਥੇ ਇਹ ਗੁਨਾਹ ਨਹੀਂ ਹੈ ਕਿ ਇੱਕ ਬਾਪ ਦਾ ਪੁੱਤਰ ਪ੍ਰਧਾਨ ਨਹੀਂ ਹੋ ਸਕਦਾ। ਹੋ ਸਕਦਾ ਭਾਈ, ਪਰ ਉਹਦੀ ਯੋਗਤਾ ਵੇਖਣੀ ਚਾਹੀਦੀ ਹੈ, ਪ੍ਰਣਾਲੀ ਨਹੀਂ ਵੇਖਣੀ ਚਾਹੀਦੀ। ਅਸੀਂ ਪ੍ਰਣਾਲੀ ਨੂੰ, ਪ੍ਰਥਾ ਨੂੰ ਅੱਗੇ ਰੱਖ ਲਿਆ, ਜਦੋਂ ਕਿ ਸੱਚ ਇਹ ਨਹੀਂ ਹੈ ਕਿ ਜੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਆਪਣੀ ਯੋਗਤਾ ਨਹੀਂ ਪ੍ਰਗਟ ਕਰ ਸਕੇ ਤੇ ਭਾਈ ਲਹਿਣਾ ਥਾਪਿਆ ਗਿਆ। ਜੇ ਬਾਬਾ ਮੋਹਨ, ਬਾਬਾ ਮੋਰੀ ਜਾਂ ਬਾਬਾ ਦਾਤੂ, ਬਾਬਾ ਦਾਸੂ ਨਹੀਂ ਆਪਣੀ ਯੋਗਤਾ ਪ੍ਰਗਟ ਕਰ ਸਕੇ ਤਾਂ ਫਿਰ ਭਾਈ ਅਮਰਦਾਸ, ਭਾਈ ਜੇਠਾ ਜਿਹੜਾ ਸੀ ਉਹ ਥਾਪਿਆ ਗਿਆ। ਜੇ ਗੁਰੂ ਅਰਜਨ ਸਾਹਿਬ ਨੇ ਆਪਣੀ ਯੋਗਤਾ ਸਥਾਪਿਤ ਕੀਤੀ, ਪ੍ਰਗਟ ਕੀਤੀ, ਤੇ ਘਰ ਵਿੱਚ ਸਭ ਤੋਂ ਛੋਟੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਗੁਰੂ ਥਾਪਿਆ ਗਿਆ। ਜੇ ਅੱਗੋਂ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਦੇ ਲਾਲਾਂ ਦੇ ਵਿੱਚੋਂ ਪੋਤਰੇ ਨੇ ਯੋਗਤਾ ਪ੍ਰਗਟ ਕੀਤੀ ਤੇ ਗੁਰੂ ਹਰਿਰਾਏ ਸਾਹਿਬ ਗੁਰੂ ਥਾਪੇ ਗਏ। ਉਸ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਜੇ ਛੋਟੇ ਪੁੱਤਰ ਨੇ ਯੋਗਤਾ ਪ੍ਰਗਟ ਕੀਤੀ ਤੇ ਰਾਮ ਰਾਏ ਰਹਿ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇਹ ਗੱਦੀ, ਇਹ ਅਸਥਾਨ ਸਥਾਪਿਤ ਹੋਇਆ। ਗੁਰੂ ਨਾਨਕ ਦੇ ਘਰ ਦੀ ਇੱਕ ਕਸਵੱਟੀ ਹੈ ਕਿ ਸਭ ਸਿੱਖਾਂ ਪੁੱਤਰਾਂ ਕੋਖ ਕੈ, ਸਭ ਉਮਤ ਵੇਖਿਓ ਜਿਕਿਉਨ
ਜਾਂ ਸੋ ਦੋਸ ਤਾਂ ਲੈਣਾ ਟਿਕਿਓ। ਗੁਰੂ ਨਾਨਕ ਸਾਹਿਬ ਦੀ ਜਿਹੜੀ ਜਿਊਰੀ ਹੈ, ਜਸਟਿਸ ਹੈ, ਜਿਹੜੀ ਗੁਰੂ ਨਾਨਕ ਸਾਹਿਬ ਦੀ ਕੁਟਵਾਰੀ ਹੈ, ਕਮਾਲ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅਸੀਂ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚੋਂ ਸੁਖਣਾ ਸੁਖ ਲਈਆਂ, ਕੁਝ ਮੰਨੀਆਂ ਗਈਆਂ, ਕੁਝ ਰਹਿ ਗਈਆਂ। ਅਸੀਂ ਪ੍ਰਸ਼ਾਦਾ ਛਕ ਲਿਆ, ਇਦੋਂ ਅੱਗੇ ਗਏ ਤੇ ਕੜਾਹ ਪ੍ਰਸ਼ਾਦ ਵੀ ਛਕ ਲਿਆ। ਅਸੀਂ ਗੁਰਬਾਣੀ ਦੇ ਅਰਥ ਬੋਧ ਵਿੱਚ ਪਹੁੰਚੇ ਨਹੀਂ। ਜੇ ਕਿਤੇ ਪਹੁੰਚੇ ਹੁੰਦੇ ਤੇ ਮੈਂ ਇਹ ਗੱਲ ਗੁਰੂ ਦੀ ਹਜ਼ੂਰੀ 'ਚ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਸ ਤੋਂ ਸੋਹਣੀ ਕੋਈ ਸੰਸਾਰ ਨੂੰ ਕੋਈ ਪ੍ਰਣਾਲੀ ਪ੍ਰਾਪਤ ਨਹੀਂ ਹੋ ਸਕਦੀ। ਇਸ ਤੋਂ ਵਧੀਆ ਕੋਈ ਢੰਗ ਤਰੀਕਾ ਹੀ ਨਹੀਂ ਮਿਲ ਸਕਦਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਜ ਅਗਰ ਸਿੱਖਾਂ ਦੀ ਸੰਸਾਰ ਦੇ ਵਿੱਚ ਹੋਂਦ ਹੈ ਤੇ ਗਿਣਤੀ ਕਰਕੇ ਨਹੀਂ ਹੈ, ਤੁਹਾਡੇ ਕਰਮਾਂ ਕਰਕੇ ਹੈ, ਤੁਹਾਡੀਆਂ ਚੰਗੀਆਂ ਗੱਲਾਂ ਕਰਕੇ ਹੈ, ਤੁਹਾਡੀਆਂ ਚੰਗੀਆਂ ਸੇਵਾਵਾਂ ਕਰਕੇ ਹੈ, ਤੁਹਾਡੇ ਚੰਗੇ ਅਸੂਲਾਂ ਕਰਕੇ ਹੈ, ਤੁਹਾਡੇ ਚੰਗੇ ਪ੍ਰਿੰਸੀਪਲਾਂ ਕਰਕੇ ਹੈ, ਸਿਧਾਂਤਾਂ ਕਰਕੇ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਗੁਰਦੁਆਰੇ ਵਿੱਚ ਕੋਈ ਆਦਮੀ ਆ ਕੇ ਕਵੇ ਕਿ ਮੈਨੂੰ ਤਾਂ ਜੀ ਇੱਥੇ ਗਲਤ ਕਿਸੇ ਨੇ ਮੇਰੇ ਨਾਲ ਵਰਤਾਰਾ ਕੀਤਾ, ਕਿਸੇ ਨੇ ਬਿਹੇਵੀਅਰ ਠੀਕ ਨਹੀਂ ਕੀਤਾ, ਤਾਂ ਉਹ ਕਿਸੇ ਗ੍ਰੰਥੀ ਦੀ ਗਲਤੀ ਹੋ ਸਕਦੀ ਹੈ, ਕਿਸੇ ਹੋਰ ਸੇਵਾਦਾਰ ਦੀ ਗਲਤੀ ਹੋ ਸਕਦੀ, ਸਿਸਟਮ ਦੀ ਕੋਈ ਗਲਤੀ ਨਹੀਂ ਹੈ। ਗੁਰੂ ਨਾਨਕ ਦੇ ਘਰ ਵਰਗਾ ਸਿਸਟਮ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੈ ਭਾਈ। ਇੱਥੇ ਯੋਗਤਾ ਹੈ, ਇੱਥੇ ਹੱਕ ਪ੍ਰਸਤੀ ਨਹੀਂ ਹੈ ਕਿ ਕੋਈ ਆਦਮੀ ਆ ਕੇ ਦਾਵਾ ਕਰੇ। ਦਾਵਾ ਤੇ ਹੈ ਹੀ ਨਹੀਂ ਇੱਥੇ ਭਾਈ, ਇੱਥੇ ਤਾਂ ਸੇਵਾ ਹੈ। ਇੱਥੇ ਤਾਂ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਫਿਰ ਉਹਨੇ ਪ੍ਰਵਾਨ ਚੜ੍ਹਨਾ ਹੀ ਚੜ੍ਹਨਾ ਹੈ। ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਨਾ, ਗੁਰਦੁਆਰਾ ਸੀਸਕੰਡ ਸਾਹਿਬ ਦੇ ਉਸ ਗੁਰੂ ਕੇ ਵਜ਼ੀਰ ਗ੍ਰੰਥੀ ਸਾਹਿਬ ਦੀ, ਕਿ ਜੇ ਉਹਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਤੇ ਕਈਆਂ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ। ਵੇਖੋ, ਇਹ ਤਾਂ ਮੇਰੀ ਮਨੌਤ ਹੈ। ਕਈ ਲੋਕ ਤੁਹਾਡੇ ਇਸ ਕਰਕੇ ਵਿਰੋਧ ਹੁੰਦੇ ਨੇ ਕਿ ਤੁਹਾਡੇ ਵਿੱਚ ਔਗਣ ਨੇ, ਔਰ ਮੈਂ ਤਾਂ ਮੰਨਦਾ ਹਰ ਬੰਦੇ ਵਿੱਚ ਔਗਣ ਨੇ। ਸਾਡੀ ਗਲਤੀ ਹੈ ਕਿ ਜਦੋਂ ਅਸੀਂ ਬੰਦੇ ਨੂੰ ਬ੍ਰਹਮ ਗਿਆਨੀ ਕਹਿੰਦੇ ਆ, ਪਤਾ ਨਹੀਂ ਕਿਉਂ ਕਹਿ ਦਿੰਦੇ, ਕਿਵੇਂ ਕਹਿ ਦਿੰਦੇ ਅਸੀਂ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਜਾਂ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਉਸ ਵਿਅਕਤੀ ਦੇ ਬਰਾਬਰ ਦਾ ਕੋਈ ਵਿਅਕਤੀ ਹੋਵੇ ਤੇ ਉਹ ਪਹਿਚਾਣ ਸਕਦਾ ਹੈ। ਬਹੁਤ ਪੜ੍ਹੇ ਲਿਖੇ ਨੂੰ ਅਨਪੜ੍ਹ ਕਿਵੇਂ ਪਛਾਣ ਲਵੇਗਾ ਭਾਈ। ਸੋ ਮੇਰੀ ਆਪਣੀ ਇਹ ਗੱਲ ਮੰਨਣੀ ਹੈ ਕਿ ਹਰ ਵਿਅਕਤੀ ਸਾਧੂ ਬ੍ਰਹਮ ਗਿਆਨੀ ਨਹੀਂ ਹੈ। ਹਾਂ, ਉਹ ਗੱਲ ਬਿਲਕੁਲ ਠੀਕ ਹੈ ਕਿ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ। ਜਿਹੜੇ ਭੱਟ ਭਿੱਖਾ ਜੀ ਨੇ, ਉਹ ਕਹਿੰਦੇ ਭਾਈ ਸੰਤ ਲੱਭਣ ਤੁਰੇ ਸਾਂ, ਕੋਈ ਨਹੀਂ ਮਿਲਿਆ। ਪੁੱਠੇ ਲੜਕੇ ਤੇ ਮਿਲੇ ਰੁੱਖਾਂ ਦੇ ਨਾਲ, ਪਾਣੀ 'ਚ ਖਲੋਤੇ ਵੀ ਮਿਲੇ, ਇੱਕ ਲੱਤ ਤੇ ਵੀ ਖਲੋਤੇ ਮਿਲੇ, ਉਲਟੇ ਪੈਰਾਂ ਦੇ ਭਾਰ ਲਟਕੇ ਹੋਏ ਵੀ ਲੋਕ ਮਿਲੇ, ਧੂਣੀਆਂ ਤਾ ਕੇ ਬੈਠੇ ਵੀ ਮਿਲੇ, ਪਿੰਡੇ ਤੇ ਸੁਆਹ ਮਲੇ, ਉਹ ਵੀ ਮਿਲੇ, ਭੁੱਖੇ ਰਹਿਣ ਵਾਲੇ ਵੀ ਮਿਲੇ, ਤੁਰੇ ਫਿਰਨ ਵਾਲੇ ਵੀ ਮਿਲੇ, ਸਾਧਨਾ ਕਰਦੇ ਮਿਲੇ। ਜਿਵੇਂ ਉਹ ਹੁੰਦਾ ਨਾ, ਗਰਾਊਂਡ 'ਚ ਜਾਓ ਤੇ ਪ੍ਰੈਕਟਿਸ ਕਰਦੇ ਤੇ ਮਿਲਣਗੇ, ਪਰ ਜੇ ਤੁਸੀਂ ਪੁੱਛੋ ਵੀ ਇਹਨਾਂ ਦੇ ਵਿੱਚੋਂ ਕੋਈ ਓਲੰਪਿਕ ਦਾ, ਕੋਈ ਕਾਮਨਵੈਲਥ ਦਾ, ਕੋਈ ਗੋਲਡ ਮੈਡਲਿਸਟ ਕੋਈ ਹੈਗਾ, ਤਾਂ ਕਹਿਣਗੇ ਜੀ ਇੱਥੇ ਕੋਈ ਨਹੀਂ ਹੈਗਾ।
क्योंकि जेड़ा उस गति नूं प्राप्त हो जाता है, उस अवस्था नूं प्राप्त हो जाता है, उहदी एक अवस्था सतगुरु ने बाणी विच लिखी है कि जिन हर पायो तिनी छुपायो। वो तो लको लैंदा है। तुसी वेख लेना जेडे लोग अमीर हो जाते हैं वो अपनी अमीरी नूं लुकाउणा शुरू कर देंदे ने। आ जिहड़ा स्विट्जरलैंड का स्यापा इहो ही है सारा, भी पैसे इन्ने हो गए भी लोग छपाउण वास्ते बाहर चले गए। तो जेडे मेरे वर्गियां कोल है नहीं, वो एवें बिना पैसों तो भी महंगा बटुआ कढ़ कढ़ विखाई जाणगे भी लोग सोचने बड़ा अमीर है। जेड़ा अमीर नहीं वो अमीरी का शो अप करता है। जेड़ा अमीर हो जाता है वो तो लुकदा फिरदा है इनकम टैक्स वालियां तो, दूजे गौरमेंट के जेडे डिपार्टमेंट ने उन्हां तो, भी जे इन्हां नूं पता लग गया मेरे इनकम दे सोर्स का, तो सारा कुछ ही मेरा लवेट के लै जाणगे। जिस व्यक्ति ने रब नूं पा लिया उन्हें छुपा लिया, क्योंकि उन्होंने पता है जेडे लोग उहदे कोल आउणगे। वेखो जिहड़ी दुनिया तुहाडे कोल आउंदी है ना, तुहानूं भुलेखा है कि तुहाडे बड़े नेमी ने जी, प्रेमी ने जी, मिलनसार ने जी, सब झूठ है। ये संसारे के कुटुंब जो मित्र भाई दीसै मन मेरे, ते सब अपने सुआए मिलासा। ये पंक्ति लिखनी होवे तो लिख लेना। जो संसारे के कुटुंब मित्र भाई दीसै मन मेरे, ते सब अपने सुआए मिलासा। जित दिन उनका सुवाओ होए ना आवे, तित दिन नेड़े को ना टुकासा। कदे ना बंदियां नूं जवाब दे के तां वेखो, कदे ना बंदियां नूं एक वारी कह के तां वेखो भी भरा जी आ तुहाडा काम मेरे तो नहीं हो सकता, आ तुहाडा काम मैं नहीं कर सकता। उस तो बाद वेखो भाई, सतगुरु की बाणी च लिखा है कि जिचर पहनन खावणे तिचर सेती गंढ। जिन्ना चिर उन्होंने खाण पीण दे ऐशवर्ज कराओगे सब तुहाडे नाल ने। मैं तो रोज बेनती करदा, हसोगे सारी दुनिया तुहाडे नाल हसेगी, रोवोगे तो एक बंदा भी नहीं रोएगा, ईवन मां भी नहीं रोएगी। तुसी रोवोगे मां भी कहेगी कोई नहीं काका चुप कर जा, बाप भी कहेगा काका चुप कर जा, भरा भी कहेगा चुप कर जा, ईवन तुहाडी पत्नी कहेगी। मैं कह जी तुसी चुप कर जाओ ना, पुछो भी हुण क्यों नहीं नाल रोंदे भाई। असी धर्म तो सीखण वास्ते कुछ भी तैयार नहीं है। गुरु नानक साहब महाराज का ये जिहड़ा धर्म है, ये दूजे धर्मां दी निस्बत जां दूजे धर्मां दे विच ये किसी ईरखा विचों, दवैश विचों, पराई तात विचों, किसी कंपीटीशन विचों, किसी बराबरता दे विचों कोई निकलिया नवां राह नहीं है भाई। जे नवां हुंदा ते सतगुरु पिता महाराज ने जिहड़ियां पहलियां मनौतां सी उन्हां दे विच जिहड़ा कुछ चंगा सी कदे भी उहनूं एक्सैप्ट नहीं सी करना कि नहीं भाई ये गल उहदे नाल संबंधित है, ये गल उहदे नाल संबंधित है, ये गल उहदे नाल संबंधित है। नहीं, असी वखरा करांगे। सतगुरु ने वखरा कुछ भी नहीं किया। केस ये हिंदुस्तान की संस्कृति का हिस्सा है। जिहड़े तुहानूं कहंदे ने ना भी असी हिंदुस्तानी आ, तो उन्होंने पहली गल पुछया करो भी तुहाडे वाल कित्थे ने। हिंदुस्तान दे विच कदे कोई भद्दण नहीं सी करदा, कोई मुंडन नहीं सी करदा। उन्होंने को पहला इहदी कथा ही लभ लो कि मुंडन शुरू कित्थों होया। साडे साधु महात्मा सब जटा जूट होए ने, कोई व्यक्ति रोमां दी बेअदबी नहीं सी करदा। नहीं तो सतगुरु कहंदे भाई मैं तो नवां धर्म शुरू करन लग्या, तो मैं तो नहीं केस रखण दा सिखां नूं कहंदा भी तुसीं केस रखो। केस ते साधु ऋषि मुनि सारे रखी फिरदे ने। सतगुरु दे घर विच कलैक्शन है। सतगुरु जी दे घर विच एक पाठ है
कि गुणा का होवे वासला कड वास लई जै। जे तुहानू किते गुणा दा डब्बा मिले ਉਹਦੇ ਵਿੱਚੋਂ ਖੁਸ਼ਬੂ ਕੱਢ ਲੈਣੀ ਭਾਈ। ਤੇ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗਣ ਚੱਲੀਏ। ਗੁਣ ਲੈ ਲੈਣਾ, ਅਵਗਣ ਛੱਡ ਦੇਣੇ ਭਾਈ। ਹੰਸ ਬਿਰਤੀ ਦੇ ਬਣਨਾ ਹੈ। ਦੁੱਧ ਵਿੱਚੋਂ ਜਿਹੜੇ ਦੁੱਧ ਦੇ ਫੁੱਟ ਨੇ ਉਹ ਖਾ ਲੈਣੇ ਨੇ, ਜਿਹੜਾ ਉਹਦੇ ਵਿੱਚ ਪਾਣੀ ਹੈ ਉਹ ਛੱਡ ਦੇਣਾ। ਇਹ ਗੁਰਮਤ ਹੈ। पर इस करके नफरत नहीं करनी भी दुध च पानी हुंदा है जी, दुध च तां पानी होएगा भाई। तू हंस बन, तू उहदे विचों दुध दीआं फुटियां बाहर कढ ले, अपनी चुंझ दे विच कला पैदा कर, आपे पानी पिया रहेगा भांडे दे विच। बाकी भाई गुरु नानक महाराज दे घर विच जिहड़ा शब्द है ये गुरु है, ये पीर है, यही दीपक है। गुर शब्द उजारो दीपा। इत्थे गुरु दे घर विच जिहड़ा गुरु दा शब्द है, सारी रोशनी शब्द दी है, सारा ज्ञान ही शब्द है। अंधियारे दीपक चाहिए एक बस्त अगोचर लही है, बस्त अगोचर पाई घट दीपक रहा समाई। तो सतगुरु धन गुरु नानक दे पिता महाराज ने जिहड़ा धर्म सानू दिता है, गुरु नानक दे धर्म दे विच शब्द दी बहुत अहमियत है। दुनिया ने भी शब्द की अहमियत नूं सुनिया समझिया, पर यह एप्पल तक रह गए, उड़े ऊठ तक रह गए, कक्के कबूतर तक रह गए। अज भी कई पढ़े लिखिया नूं लगदा है भी नहीं आ नहीं होना चाहिए। उन्हां नूं लगदा है भी शायद सरोवर की की लोड़ है, बंगला साहब दे जल की की लोड़ है, लंगर की की लोड़ है, झाड़ू मारन की की लोड़ है, सफाई की की लोड़ है। वो गल भाई उदों गवाच गई जदों झाड़ू सिर्फ गुरुद्वारे तक सीमित रह गया। जे किते झाड़ू तुसी गलियां तक मारिया हुंदा, जिस गली विच सिख परिवार रहिंदा, जे सवेरे उठ के उस गली दे विच तुसी झाड़ू मार देंदे, वो दिन दूर नहीं सी कि सारी गली दे लोगों ने पूछना सी भी ये तुहानू मत कित्थों मिली है। मेरे बच्चे अमेरिका च रहिंदे ने, तकरीबन हर साल ही जदों दा वाहिगुरू ने बच्चों नू घर दिता है, वो हर साल ही इंडिया आ जाते हैं, दसंबर च आ जाते हैं, फरवरी च जाते हैं। तो मैं उन्होंने बच्चों को एको ही गल पुछदा भी तुहाडे घर दे बाहर जदों बर्फ पैंदी है, न्यूयॉर्क में स्नो काफ़ी डिग पैंदी है, तो उत्थे कानून है कि जे तुहाडे घर दे बाहर जिहड़ा साइड वाक है कोई डिग पिया, सट लगी तो उहदे जिम्मेवार तुसीं हो, तो तुहाडी बर्फ कौन हटाउंदा है। तो कमाल की गल मेरे बच्चे दसदे, कहंदे पापा जिहड़ा सामने साडे काला रहिंदा है ना, वो बड़ा ही चंगा बंदा है। कहंदे असीं इंडिया होईए जां उत्थे होईए, उहदे कोल गड्डी है, छोटी जी गड्डी उन्हें बनाई है। कहंदे उन्हें साडे उठण तो पहला बर्फ हटा देनी हुंदी है। इत्थों तक अगली गल कहंदे जे वो वेखे सानू भी असीं गड्डी स्टार्ट करदे हैं, स्टार्ट नहीं हुंदी, ते उहदे कोले वो गड्डी स्टार्ट करन वाली बैटरी भी हैगी है, वो भज के लै आउंदा है। मैं कहा भी उन्हें कदे तुहाडे घर रोटी खाधी? कहंदे नहीं। कदे उन्हें तुहानू अपने घर बुलाया? नहीं। साडी हालत है भी जां ते अगले दे उत्ते ही डिग पैना है, ते जां अगले नू चुक के जाके किसी दरिया च सुट आउणा। कोई विचकार दा रस्ता साडे कोल है ही कोई नहीं है। ये गल मैं अपनी नानी मां तो सीखी सी। वो कहंदे सी पुत्र इन्ना मिठा ना होवो कि अगला निगल जाए, खा जाए, इन्ने कौड़े ना होवो कि अगला थुक दवे तुहानू। एक विचकारला रस्ता जिहड़ा है वो सतगुरु ने तुहानू दिता है। असी जां ते फिर रिश्तेदारी तो घट गल ही कोई नहीं करते, ते जां फिर असी वैर विरोध तो थले उतरदे ही कोई नहीं है, जां उहदे बिना साह नहीं लैना, जां उहनू वड्डे बिना साह नहीं लैना, ते जां उहनू मिले बिना साह नहीं लैना। साडियां ते स्टेजां ही दो ने, विचकारली स्टेज ही कोई नहीं है। कि मेरे बच्चे कदे सारी उम्र कह सकणगे भी काले माड़े हुंदे ने?
ਹਾਲਾਂਕਿ ਮੈਂ ਲੋਕਾਂ ਤੋਂ ਸੁਣਿਆ ਅਮਰੀਕਾ 'ਚ ਇਹ ਐਨੀਮਲ ਨੇ ਜੀ, ਇਹ ਜਾਨਵਰਾਂ ਵਰਗੇ ਨੇ ਜੀ, ਇਹ ਆ ਹੈ ਜੀ, ਇਹ ਉਹ ਹੈ ਜੀ। ਸਵਾਲ ਇਹ ਹੈ ਕਿ ਤੁਹਾਡੀ ਸ਼ਕਲ ਕੀ, ਸਵਾਲ ਇਹ ਨਹੀਂ, ਸਵਾਲ ਇਹ ਵੀ ਤੁਹਾਡਾ ਬਿਹੇਵੀਅਰ ਕੀ ਹੈ, ਤੁਹਾਡਾ ਵਰਤਾਓ ਕੀ ਹੈ। ਇਸੇ ਕਰਕੇ ਸਿਆਣੇ ਕਹਿੰਦੇ ਨੇ ਵੀ ਜਿੰਨਾ ਚਿਰ ਰਾਹ ਨਾ ਪਈਏ ਉਹਨਾਂ ਚਿਰ ਰਸਤੇ ਦਾ ਪਤਾ ਨਹੀਂ ਲੱਗਦਾ, ਜਿੰਨਾ ਚਿਰ ਵਾਹ ਨਾ ਪਾਈਏ ਉਹਨਾਂ ਚਿਰ ਬੰਦੇ ਦਾ ਪਤਾ ਨਹੀਂ ਲੱਗਦਾ। ਜਾਂ ਰਾਹ ਪੈ ਜਾਣਗੇ ਜਾਂ ਵਾਹ ਪੈ ਜਾਣਗੇ। ਐਵੇਂ ਸੁਣ ਸੁਣਾ ਕੇ ਅਸੀਂ ਬਣਾ ਲੈਂਦੇ ਹਾਂ ਜੀ ਇਹ ਬੰਦਾ ਮਾੜਾ ਹੈ ਜੀ, ਇਹ ਬੰਦਾ ਚੰਗਾ ਹੈ ਜੀ। ਮੈਂ ਇਸ ਕਥਾ ਦੇ ਵਿੱਚ ਬੇਨਤੀ ਕਰਦਾ, ਅੱਜ ਤੋਂ ਬਾਅਦ ਹਰ ਵਿਅਕਤੀ ਨੇ ਆਪਣੇ ਜੀਵਨ ਦੀ ਜਿਹੜੀ ਫਿਲਮ ਹੈ ਉਹਨੂੰ ਆਪਣੀ ਮੈਮਰੀ ਦੀ ਜਦੋਂ ਦੁਬਾਰਾ ਇਹ ਸਾਰੀ ਰੀਲ ਚਲਾਉਣੀ ਹੈ ਤਾਂ ਇੱਕ ਗੱਲ ਵੇਖਿਓ ਤੁਸੀਂ, ਤੁਹਾਡੀ ਜ਼ਿੰਦਗੀ 'ਚ ਬੜੇ ਭੁਲੇਖੇ ਮਿਟੇ ਹੋਣਗੇ, ਜਿਨ੍ਹਾਂ ਤੇ ਤੁਸੀਂ ਆਸ ਕਰਦੇ ਹੋਵੋਗੇ ਨਕੰਮੇ ਸਾਬਤ ਹੋਏ ਹੋਣਗੇ, ਜਿਨ੍ਹਾਂ ਦੇ ਪ੍ਰਤੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਏਗਾ ਉਹ ਬੰਦੇ ਤੁਹਾਨੂੰ ਭਰਾਵਾਂ ਤੋਂ ਵੀ ਵੱਡੇ ਬਣ ਕੇ ਨਿਕਲੇ ਹੋਣਗੇ, ਤੁਹਾਡੇ ਨਾਲ ਆ ਕੇ ਖਲੋਤੇ ਹੋਣਗੇ। ਤੇ ਗੁਰਬਾਣੀ ਦੀ ਕਸਵੱਟੀ ਇਹ ਹੈ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਸੱਜਣ ਤੇ ਉਹੀ ਨੇ ਭਾਈ ਜਿਹੜੇ ਤੁਹਾਡੇ ਨਾਲ ਨਿਭਣ, ਜਿਹੜੇ ਤੁਹਾਡੇ ਨਾਲ ਖਲੋਣ। ਪਰ ਉਹ ਜਿਹੜੇ ਉਹ ਲੋਕ ਨੇ ਕਿ ਜਿਚਰ ਪਹਿਨਣ ਖਾਵਣੇ ਤਿਚਰ ਸੇਤੀ ਗੰਢ, ਉਹ ਤੁਹਾਡੇ ਮਿੱਤਰ ਨਹੀਂ ਹੈਗੇ। ਉਹ ਮਤਲਬੀ ਲੋਕ ਨੇ, ਸਵਾਰਥੀ ਲੋਕ ਨੇ, ਉਹ ਆਪਣੀਆਂ ਗਰਜਾਂ ਨਾਲ ਤੁਹਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਬਹੁਤ ਵਾਰੀ ਵਾਪਰ ਚੁੱਕੇ ਹੈ। ਇਸੇ ਕਰਕੇ ਸਤਿਗੁਰੂ ਨੇ ਕਦੇ ਵੀ ਦੁੱਖ ਨੂੰ ਮਾੜਾ ਨਹੀਂ ਕਿਹਾ। ਜਦੋਂ ਗੁਰਬਾਣੀ ਪੜੋਗੇ ਜਵਾਬ ਮਿਲੇਗਾ, ਦੁੱਖ ਦਾਰੂ ਹੈ ਭਾਈ, ਸੁਖ ਰੋਗ ਹੈ। ਸੁਖ ਦੇ ਵਿੱਚ ਬਿਮਾਰੀਆਂ ਤੁਹਾਡੇ ਨੇੜੇ ਆਉਣਗੀਆਂ, ਦੁੱਖ ਦੇ ਵਿੱਚ ਇੱਕ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਏਗੀ। ਆਪਾਂ ਕਿੰਨੇ ਕੁ ਬੰਦੇ ਸੁਣੇ ਨੇ ਆ ਜਿਹੜੇ ਹੋਮਲੈਸ ਨੇ ਜੀ, ਇਹਨਾਂ ਨੂੰ ਕਰੋਨਾ ਪੋਜ਼ਿਟਿਵ ਹੋ ਗਿਆ ਜੀ, ਉਹ ਇੰਨੇ ਬੰਦੇ ਉਸ ਸੜਕ ਤੇ ਮਰ ਗਏ ਜੀ, ਇੰਨੇ ਉਧਰ ਮਰ ਗਏ ਜੀ। ਮੈਂ ਤੇ ਕੋਠੀਆਂ ਮਕਾਨਾਂ 'ਚ ਹੀ ਸੁਣ ਰਿਹਾ ਕਿ ਉਹਦਾ ਘਰ ਵੀ ਕੁਆਰੰਟਾਈਨ ਹੋ ਗਿਆ ਜੀ, ਉਹਦਾ ਵੀ ਹੋ ਗਿਆ ਜੀ, ਉਹਨਾਂ ਦੇ ਘਰ ਵੀ ਪੋਜ਼ਿਟਿਵ ਨਿਕਲ ਆਇਆ ਜੀ, ਉਹਨਾਂ ਦੇ ਘਰ ਵੀ ਨਿਕਲ ਆਇਆ ਜੀ। ਕਦੇ ਮਿਹਨਤ ਮਜ਼ਦੂਰੀ ਕਰਨ ਵਾਲਾ ਕਦੇ ਵੀ ਇਹਨਾਂ ਰੋਗਾਂ ਦੇ ਵਿੱਚ ਛੇਤੀ ਕੀਤਿਆਂ ਗਰਸਦਾ ਹੀ ਨਹੀਂ ਹੈ। ਆਓ ਆਪਾਂ ਗੁਰੂ ਵਾਲੇ ਬਣੀਏ, ਪਹਿਲਾ ਗੁਰੂ ਦਾ ਬਚਨ ਮੰਨੀਏ ਕਿ ਕਿਰਤ ਕਰਨੀ ਹੈ। ਕੰਮ ਜ਼ਰੂਰ ਕਰੋ, ਤੁਹਾਨੂੰ ਲੋੜ ਹੈ ਜਾਂ ਨਹੀਂ ਹੈ। ਤੁਹਾਨੂੰ ਨਹੀਂ ਲੋੜ, ਤੁਹਾਡੇ ਬੱਚਿਆਂ ਨੂੰ ਹੋਏਗੀ। ਤੁਸੀਂ ਕਹੋ ਜੀ ਬੱਚਿਆਂ ਨੂੰ ਵੀ ਨਹੀਂ, ਤਾਂ ਫਿਰ ਮੇਰੇ ਰੱਬ ਦੇ ਬੱਚਿਆਂ ਨੂੰ ਤਾਂ ਬੜੀ ਲੋੜ ਹੈ ਭਾਈ। ਫਿਰ ਘਰੋਂ ਬਾਹਰ ਨਿਕਲੋ, ਫਿਰ ਰੱਬ ਦੇ ਬੱਚਿਆਂ ਵਾਸਤੇ ਤੁਰ ਪਵੋ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਦੋ ਪੁੱਤਰਾਂ ਦੀ ਖਾਤਰ ਸੁਲਤਾਨਪੁਰ ਨਹੀਂ ਸੀ ਰੁਕੇ। ਜੇ ਸੰਸਾਰ ਦੇ ਪੁੱਤਰਾਂ ਵਾਸਤੇ ਤੁਰੇ ਤੇ ਅੱਜ ਸਾਰਾ ਸੰਸਾਰ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕਰਦਾ। ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਕਿ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਐ ਮੇਰੇ ਮਨਾ ਆਪਣੇ ਮਨ ਵਿੱਚ ਪ੍ਰਭੂ ਦੇ ਚਰਨ ਪਰਸਨ ਦੀ ਪ੍ਰੀਤ ਪੈਦਾ ਕਰ। ਗੁਰਦੁਆਰੇ ਮੰਗਣ ਵਾਸਤੇ ਨਾ ਜਾਇਆ ਕਰ। ਆ ਜਿਹੜੇ ਲੋਕ ਅੱਜ ਇੱਥੇ ਕੱਲ ਉੱਥੇ ਉਹ ਕਿਉਂ ਚਲੇ ਜਾਂਦੇ ਨੇ? ਕਿਉਂਕਿ ਉਹ ਗਰਜਾਂ ਨਾਲ ਜੁੜੇ ਹੋਏ ਨੇ, ਲੋੜਾਂ ਨਾਲ ਜੁੜੇ ਹੋਏ ਨੇ, ਵਸਤਾਂ ਨਾਲ ਜੁੜੇ ਹੋਏ ਨੇ। ਹੁਣ ਜਿਨ੍ਹਾਂ ਦੀ ਥਾਂ ਹੀ ਗੁਰੂ ਦੇ ਚਰਨਾਂ ਵਿੱਚ ਹੈ, ਉਹਨਾਂ ਨੇ ਕੀ ਲੈਣਾ ਜੀ? ਜਿਹੜੇ ਗੁਰੂ ਦੇ ਚਰਨਾਂ ਤੋਂ ਪਰਾਂ ਉਰਾ ਵੇਖਦੇ ਹੀ ਨਹੀਂ ਭਾਈ। ਜਿਨ੍ਹਾਂ ਦੇ ਮਨ ਦੀ ਅਵਸਥਾ ਇਹ ਬਣ ਗਈ ਕਿ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ। ਜਿਨ੍ਹਾਂ ਦੀ ਪ੍ਰੀਤ ਗੁਰੂ ਦੇ ਚਰਨਾਂ ਨਾਲ ਲੱਗੀ ਹੈ, ਉਹਨਾਂ ਦੇ ਜੀਵਨ ਦੀ ਗਤ ਅਵਸਥਾ ਇਹ ਹੈ ਕਿ ਉਹਨਾਂ ਦੀ ਰਸਨਾ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਤ੍ਰਿਪਤ ਹੋ ਗਈ। ਉਹ ਰੱਜ ਗਏ, ਉਹਨਾਂ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ। ਗੁਰੂ ਇਹ ਕਿਰਪਾ ਕਰਦਾ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਭੁੱਖਾਂ ਸਭ ਗਵਾਈਆਂ।
साडी तो तृष्णा वध रही है, भुख वध रही है। दिन ब दिन असी इस रस्ते नूं तुरे जाने हैं। किते ना किते जाके ते सानू रुक जाना चाहिए। किते ना किते जाके साडे जीवन दे विच कोई रुकावट आनी चाहिए है। देखो गल्लां सुन सुन के आपां हैरान होने आ भी सारा पैसा हिंदुस्तान का ही है स्विट्जरलैंड विच। कदे आप जी ने सुनिया भी अमेरिका का पैसा स्विट्जरलैंड लैंड विच हैगा। ते जिन्ने मंदिर, जिन्नियां मसीतां, जिन्ने गुरुद्वारे, जिन्ने चर्च, जिन्ने मठ, जिन्ने शंकराचार्य, जिन्ने धर्म आचार्य इत्थे ने, कित्थे ने? किते भी नहीं है। सवा सवा लख फौज जिहड़ी कल्ले कल्ला बंदा सवा सवा लख बन के तुरया फिरदा है। जे पुछो ये कौन ने जी, ये कहंदे जी साडे धर्म गुरु ने। पुछो भी इन्हां दे मगर कोई प्रजा नहीं हैगी, इन्हां दे मगर कोई अग्गा पिछा नहीं हैगा ना, कुछ भी नहीं हैगा। उन्होंने उन्हां दे धर्म वाले भी चंगा नहीं मनदे, पर ये सारे पीलू वर्गे, कान्हे वर्गे, छज्जू वर्गे, शाह हुसैन वर्गे ये तो गौरमेंट तो मंजूर शुदा कार्ड छपाई फिरदे ने। असी संत हाँ जी, संत नूं रब रैकोगनाइज करदा है, सरकारां नहीं करिया करदियां। सरकारां दे मंत्री हो सकते ने, ऑफिसर हो सकते ने, सरकारां दे सैकटरी डायरैक्टर हो सकते ने, या सरकारां दे सूहे हो सकते ने। सरकारां दे ब्रह्म ज्ञानी मैं तो कदे सुने नहीं। सरकारां दे संत साधु मैं तो नहीं कदे सुने भी सरकारां दे भी संत साधु होंदे ने। वो तो अपने बंदे फिट करते हैं हर कम्युनिटी, हर समाज, हर धर्म दे विच। तो उन्हों का काम ही ये होंदा भी तुसीं साडे वास्ते काम करने। गल भी ठीक है, जिहदी बाजरी खाणगे हाजरी तो उहदी भरनगे, वो साडी क्यों भरनगे भाई। पर जिहड़ा सिख है, सिख गुरु का दिता खांदा है, सिख का स्नेह गुरु के चरणों में है। वो कहता मैनू कुछ नहीं चाहिए। पुछ लो सच्चे पातशाह सिख कहते किनू ने? सिख वो है जिहड़ा कहता है कि राज ना चाहूं, मुक्त ना चाहूं, मन प्रीत चरण कमलारे। परमात्मा मैनू तेरे कमल रूपी चरणों के विच थां चाहिदी है। मैं राज लैके की करना है, मैं मुक्ति लैके भी की करना है, मैं तो तेरे कोल रहना चाहना। भाई मरदाने की साखी है, सतगुरु कहन लगे मरदानिया अंत समा आ गया है, तेरी कोई यादगार बना दईए। संसार तेरी पूजा करेगा। तो जन्म साखी दे लखारियां ने जो साडे तक ये साखी पहुँचाई है बा कमाल है। कि भाई मरदाना कहन लगा बाबा शरीर की मड़ी चो कढ़ के मैनू किसी पत्थर की मड़ी विच पाउण लगे हो, हुण ते मैनू अपने नाल मिला लो। वखरे शरीर विच रह के मैं भुख दे नाल किन्ना तड़फिया, मैं प्यास दे नाल किन्ना तड़फिया, मैं तुहाडे तो वखरे हो के किन्ने दुख पाए। थां थां ते मैनू फड़ लिया जांदा सी, पर दाता हुण ते मैनू अपने विच मिला लै, हुण ते मैनू अपने विच अभेद कर लै। हुण मैनू पत्थर की मड़ी विच तुसीं क्यों पाउंदे हो? सिख है ही वो भाई जिन्हों सिर्फ गुरु के चरणों की प्रीत चाहिदी है, उन्होंने कुछ नहीं चाहिए। मैं कल बेनती की सी एक सिख परिवार की भावना कि मैं अपना घर उहदे पेपर मैं किसी कोल पलज कर दिया, मैं उतों पैसे लैके गुरु के घर विच प्रशादियां की मशीन दे दिया, भुखे लंगर छकणगे, लोड़वंदां तक लंगर जाएगा। तो मैं कल भी बेनती की सी, कल जदों असीं अरदास की सीसगंज साहब उदों भी की, रात भी की, हुण भी करदा कि सच्चे पातशाह जे किते मेरी गरीब दी सुनदा होवे ना, इस सिख परिवार नूं सेवा दा पुन फल बख्श दवी। सवाल पैसों का नहीं, सवाल भावना का है। गल भावना दी है कि उसकी भावना की है।
इन्ना भी गुरु नाल लाड लड़ाया जा सकता है, इन्ना भी गुरु नाल प्यार किया जा सकता है। फिर उस तो भी अगली गल, मैं कथा करके उठिया तो मेरे फोन ते एक मैसेज सी, हरविंदर सिंह पीतमपुरा, भाई साहब मैं तुहाडे नाल गल कर सकदा? मैं गल की, कहन लगे मशीन की सेवा मैनू दे दिओ। मैं कहा जी भावक ना होवो, भावकता विच सेवा नहीं करीदी, सेवा भावना नाल करीदी है। कहन लगे जी बिल्कुल भावना बन गई है। मैं कहा मैं तुहानू अद्धे घंटे बाद दोबारा फोन करांगा, सोच लो। फिर फोन किया, वो बंदा उत्थे ही स्टैंड करदा सी। तुसीं यकीन करना कि उस बंदे ने 12 बजे तो पहला 8,85,000 रुपया ऑनलाइन ट्रांसफर कर दिता। मशीन ते आ चुकी सी। कल शामी 5 बजे फिर सीसगंज साहब अरदास हुई, तो जो दास उत्थे अरदास करन लई गया तो वह सेवक ना दसन लई तैयार नहीं। तो मैं फिर उन्होंने कहा भी ना तो तू मैनू दस बैठा है, तेरा व्हाट्सएप सी उहदे विच ना लिखिया सी हरविंदर सिंह। देखो सिक्खी भावना वालियां दे सिर ते खलोती है, भावक बंदियां दे सिर ते सिक्खी नहीं खलोती हुई। इन्हां दा की है? भावक पता कौन होंदे ने? भावक होंदे ने भी जे ते इंडिया दी टीम क्रिकेट जित गई तो एयरपोर्ट ते हार लैके पहुंच गए, तो जे हार गई तो अगली बारी जुत्तियां लैके पहुंच गए। ये होंदे ने भावक लोग। भावना वाले लोग की होंदे ने? वो कहंदे भाई जित ते हार चीज़ां ते दो ही ने, चलो जे ऐतका हार गए ने तो अगली बारी जित जाणगे। सिक्खी भावना ते टिकनी है, भावकता ते नहीं टिकनी। मैं तो रोज प्रचारकों को भी बेनती करदा, ढाडियां नूं भी बेनती करदा कि सिक्खी नूं उबाला देने की कोशिश ना करो। ये हर का बलोवना बलोवो मेरे भाई, सहज बलोवो जैसे तत ना जाए। सिक्खी सहज का मार्ग है, ये हफड़ा दफड़ी का मार्ग नहीं है। गुरु ने हर सिख नूं पहला रोकिया है, पुछया है कि जो तो प्रेम खेलन का चाओ, सिर धर तली गली मेरी आओ, इत मार्ग पैर धरीजै, सिर दीजै कान ना कीजै। पहला मरण कबूल, जीवन की छड़ आस, हो सबना की रेणुका, तो आओ हमारे पास। फिर जो मेरे को आना है फिर ये चेता रखना भाई, गुर कै गरे सेवक जो रहे, गुर की आज्ञा मन में सह। फिर गुरु दे बचन कमाने ने, जिन्हां दी प्रीत परमात्मा दे चरण परसन वास्ते बन गई, रसना हर हर भोजन तृपतानी, उन्हां दी जीभा ने परमात्मा दा नाम सिमरिया ते वो रज गए। क्योंकि इच्छा पहला कोई नहीं सी, हुण भुख कोई नहीं रही। ये दो चीज़ां वखरियां वखरियां ने। भुख हर बंदे नूं लगदी है, पर 2-4 प्रशादियां नाल मिट जाती है। इच्छा भी हर बंदे विच पैदा होंदी है, पर ये अरबां खरबां दे नाल भी नहीं कदे मिटदी भाई। तो जिन्हां दी इच्छा परमात्मा ने मुका दी है, समझा दिता कि बंदिया थोड़े जे समय वास्ते आए हैं, गोयल आया गोयली, क्या तिस डंप पसार, मोहलत पुन्नी चलना, तू संभल घर बार। तू ते गवाला है, गावां मझां लैके तू किसी चरांद दे देश विच आ गया है। जदों तेरे अपने देश विच मींह पै गया, घाह हो गया, तैनू मुड़ना पैना है। तू कानू इन्ना खलारा पा लिया, क्यों इन्ना पसारा पसार लिया तू? इस करके अखियन को संतोख प्रभ दर्शन, उन्हां दी जीभा खा के नहीं जप के रज गई है। उन्हां दी अख वेख के नहीं, गुरु दे दर्शन करके तृप्त हो गई है। रसना हर हर भोजन तृप्तानी, अखियन को संतोख प्रभ दर्शन रहाओ। करनन पूर रहियो जस प्रीतम, उन्हां दे कन्नां दे विच रब दा जस भरिया होया है। उन्होंने दुनिया दीयां गल्लां सुनने की लोड़ ही कोई नहीं, वो कन रस विच गवाचदे ही नहीं पाई। उन्हां दे कन्नां ने प्रभु की बाणी नूं सुन सुन के
ਆਪਣੇ ਅੰਦਰ ਇਸ ਰਸ ਨੂੰ ਮਾਣਿਆ। ਕਲ ਮਲ ਦੋਖ ਸਗਲ ਮਲ ਹਰਸਣ, ਸਗੋਂ ਉਹਨਾਂ ਨੇ ਆਪਣੇ ਜੀਵਨ ਦੇ ਪਾਪ, ਜੀਵਨ ਦੇ ਵਿੱਚ ਪਾਪਾਂ ਤੋਂ ਪੈਦਾ ਹੋਈ ਜਿਹੜੀ ਮੈਲ ਹੈ ਉਹ ਮਿਟਾ ਲਈ ਹੈ। ਉਹਨਾਂ ਦੇ ਜੀਵਨ ਦੇ ਪਾਪਾਂ ਦੀ ਮੈਲ ਖਤਮ ਹੋ ਗਈ ਹੈ। ਇਹ ਕੌਣ ਮਿਟਾ ਸਕਦਾ ਹੈ? ਸਿਰਫ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਬੰਦਗੀ, ਪਰਮਾਤਮਾ ਦੀ ਭਗਤੀ, ਪਰਮਾਤਮਾ ਦੇ ਚਰਨਾਂ ਦਾ ਪਿਆਰ। ਪਾਵਨ ਧਾਵਨ ਸੁਆਮੀ ਸੁਖ ਪੰਥਾ। ਹੁਣ ਉਹਨਾਂ ਦਾ ਜਿਹੜੇ ਉਹਨਾਂ ਦੇ ਪਾਵਨ ਨੇ, ਪਾਵਨ ਦਾ ਅਰਥ ਹੈ ਪਾਵਨ, ਧਾਵਨ, ਧਾਵਨ ਦਾ ਅਰਥ ਹੈ ਦੌੜਨਾ। ਹੁਣ ਉਹਨਾਂ ਦੇ ਪੈਰਾਂ ਦੀ ਜਿਹੜੀ ਦੌੜ ਹੈ ਉਹ ਸੁਆਮੀ ਸੁਖ ਪੰਥਾ, ਉਹ ਰੱਬ ਦੇ ਰਸਤੇ ਤੇ ਹੈ। ਉਹ ਹੋਰ ਕਿਸੇ ਪਾਸੇ ਦੌੜਦੇ ਹੀ ਨਹੀਂ, ਭੱਜਦੇ ਹੀ ਨਹੀਂ, ਉਹਨਾਂ ਦੀ ਲੋੜ ਹੀ ਨਹੀਂ ਰਹਿੰਦੀ। ਉਹ ਜਿੰਨਾ ਤੁਰਦੇ ਨੇ, ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇਹ ਉਹਨਾਂ ਦੀ ਹਾਲਤ ਹੈ, ਇਹ ਉਹਨਾਂ ਦੀ ਗਤ ਹੈ, ਇਹ ਉਹਨਾਂ ਦੀ ਅਵਸਥਾ ਹੈ ਕਿ ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਉਹ ਪਾਵਨ ਧਾਵਨ ਸੁਆਮੀ ਸੁਖ ਪੰਥਾ, ਅੰਗ ਸੰਗ ਕਾਇਆ ਸੰਤ ਸਰਸਨ। ਉਹਨਾਂ ਦੇ ਹਮੇਸ਼ਾ ਰੱਬ ਅੰਗ ਸੰਗ ਰਹਿੰਦਾ। ਉਹ ਹਮੇਸ਼ਾ ਪ੍ਰਭੂ ਪਿਆਰਿਆਂ ਦੇ ਜਿਹੜੇ ਸੰਤ ਜਨ ਹੁੰਦੇ ਨੇ, ਉਹ ਉਹਨਾਂ ਦੀ ਜਦੋਂ ਛੋਹ ਪ੍ਰਾਪਤ ਕਰ ਲੈਂਦੇ ਨੇ ਨਾ, ਉਹ ਫਿਰ ਭਟਕਦੇ ਨਹੀਂ। ਦੇਖੋ, ਬਾਸਨ ਕਾਰੋ ਪਰਸੀ ਹੈ ਤਾਂ ਕਛ ਲਾਗੇ ਦਾਗ। ਕਾਲੇ ਭਾਂਡੇ ਨੂੰ ਛੋਵੋਗੇ ਤੇ ਕੀ ਹੋਏਗਾ? ਕਾਲਖ ਲੱਗੇਗੀ ਭਾਈ। ਕਿਸੇ ਚੰਗੇ ਭਾਂਡੇ ਨੂੰ ਛੋਵੋਗੇ ਤੇ ਕੀ ਹੋਏਗਾ? ਕੋਈ ਉਹਦਾ ਪੁੰਨ ਫਲ ਮਾਤਮ ਹੀ ਮਿਲੇਗਾ ਨਾ। ਮਾੜੇ ਬੰਦੇ ਤੋਂ ਤੁਹਾਨੂੰ ਬੁਰਾਈ ਮਿਲੇਗੀ, ਚੰਗੇ ਬੰਦੇ ਤੋਂ ਇਸ਼ਾਈ ਮਿਲੇਗੀ, ਰੱਬ ਦੇ ਪਿਆਰੇ ਤੋਂ, ਉਹਦੀ ਸੰਗਤ ਤੋਂ, ਉਹਦੀ ਸ਼ੋਭਤ ਤੋਂ ਤੁਹਾਨੂੰ ਰੱਬ ਦਾ ਪਿਆਰ ਮਿਲੇਗਾ। ਫਿਰ ਸ਼ਰਨ ਗਹੀ ਪੂਰਨ ਅਬਨਾਸ਼ੀ, ਆਨ ਉਪਾਵ ਥਕਤ ਨਹੀਂ ਕਰਸਨ। ਜਿਨ੍ਹਾਂ ਨੇ ਪਰਮਾਤਮਾ ਦੀ ਸ਼ਰਨ ਲੈ ਲਈ ਹੈ, ਪੂਰਨ ਅਬਨਾਸ਼ੀ, ਜਿਹੜਾ ਕਦੇ ਨਾਸ਼ ਹੁੰਦਾ ਹੀ ਨਹੀਂ, ਜਿਹੜਾ ਪਰਮਾਤਮਾ ਕਦੇ ਮਰਦਾ ਹੀ ਨਹੀਂ, ਜਿਹੜਾ ਪਰਮਾਤਮਾ ਕਿਤੇ ਜਾਂਦਾ ਹੀ ਨਹੀਂ ਭਾਈ। ਫਿਰ ਆਨ ਉਪਾਵ ਥਕਤ ਨਹੀਂ ਕਰਸਨ। ਫਿਰ ਉਹ ਵਿਅਰਥ ਵਾਲੇ ਕੰਮਾਂ ਵਿੱਚ ਕਦੇ ਨਹੀਂ ਜਾਂਦੇ, ਉਹ ਇਧਰ ਨਹੀਂ ਜਾਂਦੇ, ਇਸ ਭੁਲੇਖੇ ਵਿੱਚ ਕਦੇ ਨਹੀਂ ਪੈਂਦੇ। ਸਗੋਂ ਕਰ ਗਏ ਲੀਏ ਨਾਨਕ ਜਨ ਆਪਣੇ, ਅੰਧ ਘੋਰ ਸਾਗਰ ਨਹੀਂ ਮਰਸਨ। ਕਿਉਂਕਿ ਰੱਬ ਨੇ ਉਹਨਾਂ ਨੂੰ ਕਰ ਗਏ ਲੀਏ, ਕਰ ਕਹਿੰਦੇ ਨੇ ਹੱਥ ਨੂੰ, ਰੱਬ ਨੇ ਉਹਨਾਂ ਦੇ ਹੱਥ ਪਕੜ ਲੈਣੇ ਭਾਈ, ਆਪਣੇ ਬਣਾ ਲੈਣੇ, ਉਹਨਾਂ ਨੂੰ ਆਪਣੇ ਕਰਕੇ ਮੰਨ ਲਿਆ। ਉਹ ਫਿਰ ਅੰਧ ਘੋਰ ਵਿੱਚ, ਇਸ ਅੰਧੇਰੇ ਮੋਹ ਰੂਪੀ ਸਾਗਰ ਦੇ ਵਿੱਚ ਕਦੇ ਮਰਦੇ ਨਹੀਂ, ਕਦੇ ਖਤਮ ਨਹੀਂ ਹੁੰਦੇ, ਕਦੇ ਉਹ ਆਪਣੇ ਆਪ ਨੂੰ ਇਸ ਅੰਧ ਘੋਰ ਦੇ ਇਸ ਸਮੁੰਦਰ ਦੇ ਵਿੱਚ ਗਰਕ ਨਹੀਂ ਕਰਦੇ। ਦਾਸ ਬੇਨਤੀ ਕਰ ਰਿਹਾ ਸੀ ਕਿ ਇੱਕ ਗੱਲ ਜ਼ਰੂਰ ਅਸੀਂ ਸਮਝ ਲਈਏ ਕਿ ਗੁਰੂ ਦੇ ਘਰ ਵਿੱਚ ਵਿਦਿਆ ਦਾ, ਸਿੱਖਿਆ ਦਾ, ਅੱਖਰਾਂ ਦੇ ਬੋਧ ਗਿਆਨ ਦਾ ਕੋਈ ਝਗੜਾ ਨਹੀਂ ਹੈ। ਇੱਥੇ ਪੜ੍ਹਾਈ ਲਿਖਾਈ ਪ੍ਰਵਾਨ ਹੈ, ਮੁਬਾਰਕ ਹੈ। ਪਰ ਪੜ੍ਹਾਈ ਲਿਖਾਈ ਹੈ ਕੀ ਹੈ? ਪੜ੍ਹਾਈ ਲਿਖਾਈ ਤਾਂ ਭਾਈ ਥਿਊਰੀ ਹੈ। ਜਦੋਂ ਕੋਈ ਪੜ੍ਹਿਆ ਲਿਖਿਆ ਆਦਮੀ ਨੌਕਰੀ ਲੈਣ ਜਾਂਦਾ ਹੈ ਨਾ, ਤਾਂ ਉਹਨੂੰ ਪੁੱਛਿਆ ਜਾਂਦਾ ਵੀ ਤੇਰੀ ਪ੍ਰੈਕਟਿਸ ਕੀ ਹੈ, ਤੇਰਾ ਅਭਿਆਸ ਕੀ ਹੈ, ਤੂੰ ਕਿੰਨਾ ਚਿਰ ਕਿਹੜੀ ਕੰਪਨੀ 'ਚ ਕੰਮ ਕੀਤਾ। ਜਿੱਥੇ ਲੋਕ ਇਹ ਪੁੱਛਦੇ ਨੇ ਨਾ ਵੀ ਤੂੰ ਪੜ੍ਹਿਆ ਕਿੰਨਾ ਹੈ, ਉੱਥੇ ਅਗਲੇ ਵੀ ਪੁੱਛਦੇ ਨੇ ਵੀ ਤੁਹਾਨੂੰ ਇਸ ਲਾਈਨ ਵਿੱਚ ਕਿੰਨਾ ਟਾਈਮ ਹੋ ਗਿਆ, ਤੁਹਾਡਾ ਐਕਸਪੀਰੀਅੰਸ ਕੀ ਹੈ, ਤੁਹਾਡਾ ਤਜਰਬਾ ਕੀ ਹੈ। ਇਹ ਗੱਲ ਅਸੀਂ ਭੁੱਲ ਗਏ। ਇਹਦਾ ਅਰਥ ਮੈਂ ਇਹ ਨਹੀਂ ਕਰਨਾ ਚਾਹੁੰਦਾ ਕਿ ਜਿਹੜੇ ਸੇਵਾ ਭਾਵ ਵਾਲੇ ਨੇ ਉਹ ਪੜ੍ਹਿਆ ਲਿਖਿਆਂ ਦੇ ਨਾਲ ਕੋਈ 36 ਦਾ ਕੋਈ ਅੰਕੜਾ ਬਣਾ ਕੇ ਬਹਿ ਜਾਣ। ਨਹੀਂ, ਸਾਨੂੰ ਦੋਵਾਂ ਨੂੰ ਇੱਕ ਦੂਜੇ ਦੇ ਪੂਰਕ ਹੋਣਾ ਚਾਹੀਦਾ, ਦੋਵਾਂ।
मेरी कौम नूं विद्या की भी बहुत लोड़ है, पढ़ाई की भी बड़ी लोड़ है। मेरी कौम नूं डॉक्टर चाहिए, पर चेता रखना डॉक्टर गुरसिख चाहिए। वो ना होवे कि किसी दियां किडनियां किसी नूं पाई जावे, इदां दा डॉक्टर मेरी कौम नूं बदनाम कर देगा। मेरी कौम नूं इंजीनियर भी चाहिए, मेरी कौम नूं वकील भी चाहिए, जज भी चाहिए, मेरी कौम नूं तां प्रधानमंत्री भी चाहिए, पर डॉक्टर मनमोहन सिंह वर्गा चाहिए। कोई इदां दा नहीं चाहिए कि लोग कहन बई ये फलानी कौम का, कोई अमकी कौम का ये प्रधानमंत्री सी ते इहने ते मुल्क ही रोड़ दिता है। अज भी दुनिया उहदे कम्मां नूं सलूट करदी है कि उन्हें हिंदुस्तान नूं खड़ा कीता है। जदों हिंदुस्तान करजाई हो गया सी उदों वापस लैके आया सी। जे मैं ये कहां कि गुरु नानक दे पिता महाराज दीयां शिक्षावां दे विचों कुछ अंश सच्चे पातशाह ने उस सरदार नूं दिते ने, तो ये कोई अत कथनी नहीं है। जे गुरुआं ने इस मुल्क नूं बचाउण वास्ते शहादतां दित्तियां ने, इत्थे अपने बच्चे नीहां विच नवाए ने, तो इत्थे उस व्यक्ति ने इस मुल्क की शक्ति नूं उच्चा कीता है, वड्डा कीता है, तकड़ा कीता है। कदे कोई सिख कह सकदा है कि उस सरदार की इस गलती करके अज सिक्खी बदनाम हो गई? नहीं, सिक्खी का सिर उच्चा हो गया, सिक्खी की शान हो गई। सानू इदां दे दस्तार वाले चाहिए ने, इदां दे केसा वाले चाहिए ने, सानू इदां दे पढ़े लिखे चाहिए ने भाई, जिन्हां दे नाल सिक्खी का सिर उच्चा होवे। पर किवें होएगा? जे उन्हां दे विच गुरु नानक दे असूल होणगे। तो जे वो एक अपनी इकोनॉमी की पढ़ाई नाल दुनिया नूं अमीर कर सकदा है, तो कि वो अपने आप नूं खुद नूं अमीर नहीं सी कर सकदा? अज वो चाहुंदा, तो मेरा ख्याल है कि दुनिया का कोई अमीर आदमी उहदे बराबर बैठ ही ना सकदा। कोई वारन बफे वर्गा बंदा, कोई फेसबुक का मालिक, कोई गूगल का कोई ऑनर, कोई दुनिया का, कोई हिंदुस्तान का अमीर, एक बंदा ना उहदे बराबर हुंदा जो अपने घर वास्ते पैसे पैदा करता था। उन्हें पैसा बहुत पैदा किया है, पर अपने मुल्क वास्ते, अपने मुल्क के लोगों वास्ते, अपने मुल्क की शान वास्ते अज दुनिया उन्होंने सलूट कर दी है। सारियां गल्लां बोलियां नहीं जा सकदियां, पर अज भी वो व्यक्ति गवाह ने कि जदों बजट तैयार हुंदा सी ते जेटली साहब वर्गे बंदे डॉक्टर मनमोहन सिंह कोल जाके पुछ के आउंदे सी कि डॉक्टर साहब ये ठीक है। सानू इदां दे सिख चाहिए ने, पढ़े लिखे होण। पढ़े लिखे की कोई लड़ाई नहीं है, पर पढ़े लिखे होण तो बाद वो केस कटा देन, वो मुड़ के शराबा पीण लग जान, वो मुड़ के दुनिया की ऐशवर्ज में चले जान, वो फिर अपना घर भरना शुरू कर देन। सतगुरु की बाणी की इको पंक्ति अगे रख लेना कि विद्या विचारी तां परोपकारी। जिस व्यक्ति ने विद्या की विचार की है, उन्होंने समझ आ गई कि विद्या पैसे इकट्ठे करने वास्ते नहीं, मान पदवियां हासिल करने वास्ते नहीं, विद्या ते परोपकार वास्ते है। भाई जे वरत सकते हो तो तुहानू नमस्कार है, उस हर पढ़े लिखे नू नमस्कार है। पर इस दावे दे विच रहिंदिआं ये जड़ियां गुरु दे प्यार वाले गरीब गुरसिखां ने सेवावां कीतियां ने, कदे उन्हां दे कटाक्ष ना करो। अज इन्हां गुरसिखां दी बदौलत है कि अज दुनिया के अखबार भर गए, दुनिया के टीवी बोल उठे कि सिखो तुहानू नमस्कार है, तुहाडे गुरुद्वारियां नू नमस्कार है, तुहाडे गुरुआं नू नमस्कार है। इन्हें शब्द प्रवान करना जी। भुल्लां मेरियां ने खिमा कर देनियां। उपदेश सतगुरु जी का है, अपने पल्ले मन लेना। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।